ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸਨਕ ਸਨੰਦ ਮਹੇਸ਼ ਸਮਾਨਾ, ਸ਼ੇਖ ਨਾਗ ਤੇਰੋ ਮਰਮ ਨ ਜਾਨਾ। ਸੰਤ ਸੰਗਤ ਰਾਮ ਹਿਰਦੈ ਵਸਾਈ, ਹਨੂਮਾਨ ਸਰ ਗਰੁੜ ਸੁਮਾਨਾ। ਸੁਰਪਤ ਨਰਪਤ ਨਹੀਂ ਗੁਣ ਜਾਨਾ, ਚਾਰ ਵੇਦ ਅਰ ਸਿਮਰਤ ਪੁਰਾਨਾ। ਕਮਲਾਪਤ ਕਬਲਾ ਨਹੀਂ ਜਾਨਾ, ਕਹੈ ਕਬੀਰ ਸੋ ਭਰਮੈ ਨਾਹੀ। ਪਗ ਲਗ ਰਾਮ ਰਹੈ ਸ਼ਰਨਾਹੀ। ਸੋ ਕਹੋ ਟਲ ਗੁਰ ਸੇਵੀਐ, ਐਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖੁਸਮਦੀ, ਨੂਰ ਅਰਸਹ ਕੁਰਸਹ ਝਟੀਐ। ਤੋਦ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਆ ਵਡਭਾਗੇ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਨੇ ਸਾਹਿਬ ਕਾ ਪਰਵਾਸਾ। ਗੁਰ ਪੂਰਾ ਭੇਟਿਆ ਵਡਭਾਗੇ, ਮਨਹਿ ਭਇਆ ਪ੍ਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਨੇ ਸਾਹਿਬ ਕਾ ਪਰਵਾਸਾ। ਆਪਨੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਛੈ ਸੁਖ ਸਹਜਾ। ਘਰ ਆਨੰਦ ਹਮਾਰੈ ਰਹਾਉ, ਅੰਤਰ ਜਾਮੀ ਕਰਨੈ ਹਾਰਾ।
सोई खसम हमारा। निरभाओ भये गुर चरणी लागे। एक राम नाम आधारा। सफल दर्शन अकाल मूरत। प्रभ है पी होवनहारा। कंठ लगाए आपने जन राखे। अपनी प्रीत प्यारा। वड्डी वड्याई अचरज शोभा। कारज आया रासे। नानक कहो गुर पूरा पीटिया। सगले दुख बिनासे। वड्डी वड्याई अचरज शोभा। कारज आया रासे। नानक कहो गुर पूरा भेटिया। सगले दुख बिनासे। वाहिगुरु जी का खालसा वाहिगुरु जी की फतेह। सतनाम वाहिगुरु साहिब जी। कृपा करो दीन के दाते। मेरा गुण अवगुण ना विचारो कोई। माटी का क्या धोपै स्वामी। मानस की गात एही। सतनाम वाहिगुरु साहिब जी। कबीर जेह दर आवत जाते हो। हटकै नाही कोई। सो दर कैसे छोड़िए। जो दर ऐसा होए। कबीर जेह दर आवत जाते हो। हटकै नाही कोई। सो दर कैसे छोड़िए। जो दर ऐसा होए। कबीर डूबा था पै उबरिया। गुण की लहर झबक। जब देखियो बेड़ा जर्जरा। तब उतर पर्यो हाँ फरक। कबीर पापी भगत ना भावई। हर पूजा ना सुहाए। माखी चंदन पर हरै। जेह बेगंध तह जाए। कबीर पापी भगत न भावई। हर पूजा ना सुहाए।
ਮਾਖੀ ਚੰਦਨ ਪਰ ਹਰੈ। ਜਹ ਬੇਗੰਧ ਤਹ ਜਾਏ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਮੁਜਸਮੇ ਆਬੇ ਹਯਾਤ ਰਹਿਬਰੇ ਕੁਲ ਆਲਮ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ। ਸਤਿਗੁਰੂ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਏਮਾਨ ਸਤਿਕਾਰਯੋਗ ਸਤ ਸੰਗੀ ਜਨੋ, ਵਡਭਾਗੇ ਹਾਂ ਪਾਤਸ਼ਾਹ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਜੀਆਂ ਦੇ ਚਰਨਾਂ ਵਿੱਚ ਇਕਾਗਰ ਚਿਤ ਕਰਦਿਆਂ ਹੋਇਆਂ ਅਦਭੁਤ ਸਤਿਕਾਰ ਸਹਿਤ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਕਬੀਰ ਸਾਹਿਬ ਜੀ ਤਿਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ 65 ਸ਼ਲੋਕਾਂ ਦੀ ਵਿਚਾਰ ਆਪ ਜੀਆਂ ਨੇ ਸਰਵਣ ਕੀਤੀ ਹੈ। ਅੱਜ ਜੋ ਬਖਸ਼ਿਸ਼ ਬਾਬਾ ਕਬੀਰ ਸਾਹਿਬ ਜੀ ਨੇ ਕੀਤੀ ਹੈ ਉਹ ਪਰਮਾਤਮਾ ਦੇ ਦਰ ਦੀ ਕੀਤੀ ਹੈ। ਆਪਾਂ ਚੰਗੀ ਤਰ੍ਹਾਂ ਜਾਣਦੇ ਹਾਂ, ਰਾਜੇ ਦੇ ਦਰਬਾਰ ਦੇ ਵਿੱਚੋਂ ਜੇਕਰ ਪ੍ਰਜਾ ਨੂੰ ਕੁਝ ਮਿਲਦਾ ਏ ਤੇ ਉਹ ਰਾਜਾ ਉਹਨਾਂ ਲਈ ਨਿਆਂ ਇਨਸਾਫ ਹੈ, ਭਾਵ ਕਿ ਇਨਸਾਫ ਕਰਨ ਵਾਲਾ ਏ, ਨਿਆਂ ਦੇਣ ਵਾਲਾ ਏ। ਹੁਣ ਕਿਸੇ ਵਿਅਕਤੀ ਨੂੰ ਆਖਿਆ ਜਾਵੇ ਕਿ ਤੂੰ ਰਾਜੇ ਦੇ ਦਰ ਤੇ ਨਹੀਂ ਜਾਣਾ, ਉਹਦੇ ਦਰਬਾਰ ਦੇ ਵਿੱਚ ਨਹੀਂ ਜਾਣਾ, ਉਹ ਕਹੇਗਾ ਵੀ ਭਾਈ ਤੂੰ ਮੈਨੂੰ ਕਿੱਦਾਂ ਹਟਾ ਸਕਦਾ ਏ? ਰਾਜਾ ਮੈਨੂੰ ਖਾਣ ਵਾਸਤੇ ਪਦਾਰਥ ਦਿੰਦਾ ਏ, ਪਹਿਨਣ ਵਾਸਤੇ ਕੱਪੜੇ ਦਿੰਦਾ ਏ, ਰਹਿਣ ਵਾਸਤੇ ਉਹਨੇ ਮੇਰੇ ਘਰ ਦਾ ਪ੍ਰਬੰਧ ਕਰ ਦਿੱਤਾ। ਉਹਦੇ ਦਰ ਨੂੰ ਛੱਡ ਕੇ ਹੁਣ ਮੈਂ ਕਿਸੇ ਦੇ ਦਰ ਤੇ ਨਹੀਂ ਜਾਵਾਂਗਾ। ਉਹਦਾ ਵਿਸ਼ਵਾਸ ਵੱਜ ਗਿਆ। ਹੁਣ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਲੋਕਾਂ ਦਾ ਪ੍ਰਜਾ ਦਾ ਜਿਹੜਾ ਵਿਸ਼ਵਾਸ ਉਹ ਰਾਜੇ ਦੇ ਦਰਬਾਰ ਤੇ ਵੱਜਾ ਏ, ਪਰ ਸਾਡਾ ਵਿਸ਼ਵਾਸ ਪਰਮਾਤਮਾ ਵਾਹਿਗੁਰੂ ਜੀ ਦੇ ਦਰ ਦੇ ਉੱਤੇ ਵੱਜਾ ਏ। ਕਬੀਰ ਜਿਹ ਦਰ ਆਵਤ ਜਾਤੇ ਹੋ, ਕਿ ਜਿਹੜੇ ਦਰ ਤੋਂ, ਜਿਹੜੇ ਘਰ ਤੋਂ ਤੁਸੀਂ ਆਏ ਹੋ ਇਸ ਸੰਸਾਰ ਦੇ ਵਿੱਚ, ਫਿਰ ਕਹਿੰਦੇ ਨੇ ਆਵਤ ਆਉਂਦੇ ਹੋ ਜਾਤੇ ਹੋ, ਉਸੇ ਦਰ ਤੇ ਤੁਸੀਂ ਫੇਰ ਵਾਪਸ ਚਲੇ ਜਾਣਾ ਹੈ। ਆਪਾਂ ਸੋ ਦਰ ਦੇ ਅੰਦਰ ਵੀ ਇੱਕ ਸ਼ਬਦ ਪੜ੍ਹਦੇ ਹਾਂ, ਸੋ ਦਰ, ਉਸ ਸ਼ਬਦ ਦਾ ਸਿਰਲੇਖ ਹੈ। ਉਹਦੇ ਵਿੱਚ ਗੁਰਬਾਣੀ ਦੇ ਵਿੱਚ ਆਪਾਂ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਫਿਰ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਦੇ ਹਾਂ। ਇਹ ਤਿੰਨ ਰੂਪਾਂ ਦੇ ਵਿੱਚ ਇਹ ਸ਼ਬਦ ਆਇਆ ਹੈ। ਜਪਜੀ ਸਾਹਿਬ ਦੇ ਤੇ ਰਹਿਰਾਸ ਸਾਹਿਬ ਵਾਲੇ ਸੋਦਰ ਦੇ ਵਿੱਚ 53 ਅੰਤਰ ਨੇ। 53 ਪੜ੍ਹ ਕੇ ਵੇਖ ਲੈਣਾ, ਗੌਰ ਕਰਕੇ ਵੇਖ ਲੈਣਾ। ਉਹਦੇ ਵਿੱਚ ਲਿਖਿਆ ਹੈ, ਕਹਿੰਦੇ ਨੇ ਉਹ ਗਾਉਣ ਵਾਲਿਆਂ ਦਾ ਵੀ ਜ਼ਿਕਰ ਕੀਤਾ ਹੈ, ਤੇ ਜੋ ਗਾ ਕੇ ਪ੍ਰਮਾਤਮਾ ਦੀ ਉਸਤਤ ਕਰਕੇ ਉਹਦੇ ਦਰ ਤੇ ਕਬੂਲੇ ਗਏ ਨੇ, ਉਹਦੇ ਵਿੱਚ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ। ਆਰੰਭਤਾ ਹੁੰਦੀ ਹੈ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜੇਤ ਬੈ ਸਰਬ ਸੰਭਾਲੇ। ਕਿ ਹੇ ਵਾਹਿਗੁਰੂ ਪਰਮਾਤਮਾ ਜੀ, ਤੇਰਾ ਉਹ ਦਰ ਕਿਵੇਂ ਦਾ ਏ
ਦਰ ਦਾ ਅਰਥ ਅਸਲ ਦੇ ਵਿੱਚ ਦਰਵਾਜ਼ਾ ਹੈ, ਬੂਹਾ, ਬਾਰ। ਜਦੋਂ ਆਪਾਂ ਦਰਵਾਜ਼ੇ ਤੋਂ ਅੰਦਰ ਜਾਂਦੇ ਆ ਫਿਰ ਘਰ ਦੇ ਵਿੱਚ ਐਂਟਰ ਹੁੰਦੇ ਆ। ਦਰਵਾਜ਼ੇ ਤੋਂ ਅੱਗੇ ਗਏ, ਵਿਹੜਾ ਆਇਆ, ਘਰ ਆਇਆ। ਘਰ ਦੇ ਕਮਰਿਆਂ ਨੂੰ ਵੀ ਦਰਵਾਜ਼ਾ ਲੱਗਾ ਏ। ਅੰਦਰ ਜਾਣ ਲਈ ਸਾਨੂੰ ਕਮਰੇ 'ਚ ਜਾਣ ਲਈ ਦਰਵਾਜ਼ੇ ਦੇ ਨਾਲ ਲੰਘ ਕੇ ਫਿਰ ਅੱਗੇ ਜਾਣਾ ਪਵੇਗਾ। ਹੁਣ ਇੱਥੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਜਿਸ ਵਾਹਿਗੁਰੂ ਪਰਮਾਤਮਾ ਦੇ ਦਰ ਤੋਂ ਇੰਨੀਆਂ ਰਹਿਮਤਾਂ ਮਿਲੀਆਂ ਹੋਣ, ਜਿਹੇ ਦਰ ਆਵਤ ਜਾਤੇ ਹੋ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਿਹੇ ਦਰ ਆਵਤ ਜਾਤੇ ਹੋ ਹਟਕੇ ਨਾ ਹੀ ਕੋਈ। ਕਹਿੰਦੇ ਜਿਸ ਮਾਲਕ ਵਾਹਿਗੁਰੂ ਜੀ ਨੇ ਇੰਨੀ ਕਿਰਪਾ ਕਰਤੀ, ਉਸ ਦੇ ਦਰ ਤੋਂ ਸਾਨੂੰ ਸਰੀਰ ਮਿਲਿਆ, ਜਿੰਦ ਮਿਲੀ ਹੈ, ਸਾਹ ਮਿਲੇ ਨੇ। ਜੇ ਕੋਈ ਕਵੇ ਵੀ ਹਟ ਜਾ, ਇਹਦੇ ਤੇ ਇਸ ਦਰ ਦੇ ਉੱਤੇ ਨਾ ਜਾ, ਕਹਿੰਦੇ ਕਿ ਕੋਈ ਹਟਾ ਨਹੀਂ ਸਕਦਾ। ਕਿਉਂ? ਸੋ ਦਰ ਕੈਸੇ ਛੋੜੀਐ, ਜੋ ਦਰ ਐਸਾ ਹੋਏ। ਜਿਸ ਦਰ ਤੋਂ ਇੰਨੀਆਂ ਰਹਿਮਤਾਂ, ਇੰਨੀਆਂ ਬਖਸ਼ਿਸ਼ਾਂ ਮਿਲੀਆਂ। ਇੱਥੋਂ ਤੱਕ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਲੱਖ ਅਹੇਰੀ ਏਕ ਜੀਓ ਭਾਵ ਕਿ ਇਸ ਜਿੰਦ ਦੇ ਕਿੰਨੇ ਸ਼ਿਕਾਰੀ ਇਹਨੂੰ ਫੜਨ ਦੇ ਵਾਸਤੇ ਆਪਣਾ ਜਾਲ ਸੁੱਟੀ ਫਿਰਦੇ ਨੇ। ਇੱਥੇ ਸ਼ਿਕਾਰੀ ਕਿਹਾ ਏ ਵਿਕਾਰਾਂ ਨੂੰ, ਕਿ ਉਹ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੇ ਇਸ ਵਿਕਾਰਾਂ ਰੂਪੀ ਸ਼ਿਕਾਰੀਆਂ ਨੂੰ ਮਾਰ ਦਿੱਤਾ, ਜਿਨ੍ਹਾਂ ਨੇ ਜਾਲ ਪਾਇਆ ਹੋਇਆ ਸੀ। ਹੋਇਆ ਕਿਵੇਂ? ਉਹ ਪ੍ਰਮਾਤਮਾ ਦੇ ਦਰ ਤੇ ਜਾਣ ਦੇ ਨਾਲ, ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ। ਸੋ ਦਰ ਕੈਸੇ ਛੋੜੀਏ, ਕਹਿੰਦੇ ਉਹ ਦਰ ਅਸੀਂ ਕਿਵੇਂ ਛੱਡ ਸਕਦੇ ਹਾਂ? ਕਿਉਂਕਿ ਆਪਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਵਾਚਦੇ ਹਾਂ, ਚੰਗੀ ਤਰ੍ਹਾਂ ਜਾਣਦੇ ਹਾਂ। ਉਹ ਪ੍ਰਮਾਤਮਾ ਦੇ ਦਰ ਦੀ ਸਿਫਤ ਸਲਾਹ ਜਿਹੜੀ ਹੈ ਨਾ, ਉਸ ਵਾਹਿਗੁਰੂ ਜੀ ਦੇ ਦਰ ਤੇ ਜਿਹੜਾ ਇੱਕ ਵਾਰ ਜਿਹਨੇ ਆਪਣੇ ਆਪ ਨੂੰ ਅਰਪਣ ਕਰ ਦਿੱਤਾ, ਉਹਦਾ ਬੰਦ ਵੀ ਕੱਟਿਆ ਗਿਆ। ਉਹਨੇ ਪ੍ਰਮਾਤਮਾ ਦਾ ਨਾਮ ਲੈਣਾ ਤਾਂ ਵੀ ਨਹੀਂ ਛੱਡਿਆ। ਖੋਪਰੀ ਲਵਾ ਲਈ ਪ੍ਰਮਾਤਮਾ ਦੇ ਦਰ ਨੂੰ ਤਾਂ ਵੀ ਨਹੀਂ ਛੱਡਿਆ। ਆਰੇ ਨਾਲ ਚੀਰਿਆ ਜਾ ਰਿਹਾ ਹੈ ਸਰੀਰ, ਤਾਂ ਵੀ ਉਹ ਪ੍ਰਮਾਤਮਾ ਦੇ ਦਰ ਨੂੰ, ਪ੍ਰਮਾਤਮਾ ਦੇ ਘਰ ਨੂੰ, ਪ੍ਰਮਾਤਮਾ ਦੀ ਸਿਫਤ ਸਲਾਹ ਨੂੰ ਛੱਡਣ ਲਈ ਤਿਆਰ ਨਹੀਂ। ਕਿੰਨਾ ਕੁ ਪਿਆਰ ਹੋਵੇਗਾ ਸਿੱਖਾਂ ਦਾ? ਕਿਉਂਕਿ ਜੋ ਗੁਰੂ ਸਾਹਿਬ ਜੀ ਦੇ ਜਾਂ ਗੁਰੂ ਦੇ ਸਿਧਾਂਤ ਨੂੰ ਜਾਂ ਗੁਰੂ ਦੇ ਬਚਨਾਂ ਨੂੰ ਇੱਕ ਵਾਰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਏ, ਉਹ ਫਿਰ ਇਹ ਸਮਝਦਾ ਹੈ ਕਿ ਇਸ ਦਰ ਨੂੰ ਛੱਡਣਾ ਇਉਂ ਹੈ ਜਿਵੇਂ ਮਨੁੱਖਾ ਜਨਮ ਦੇ ਵਿੱਚ ਆ ਕੇ ਪਸ਼ੂਆਂ ਵਾਲੇ ਕੰਮ ਕਰਨੇ। ਸਰੀਰ ਮਨੁੱਖਾਂ ਦਾ ਏ, ਕੰਮ ਪਸ਼ੂਆਂ ਦੇ ਆ। ਜਿਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਕੌਡੇ ਰਾਖਸ਼ ਨੇ ਫੜਿਆ ਸੀ ਨਾ, ਹਜ਼ੂਰ ਜੀ ਉੱਥੇ ਗਏ ਤੇ ਸਤਿਗੁਰੂ ਜੀ ਕਹਿੰਦੇ, ਭਾਈ ਤੂੰ ਇਹ ਮਨੁੱਖਾਂ ਨੂੰ ਕਿਉਂ ਮਾਰਦਾ ਹੈ, ਕਿਉਂ ਇਹਨਾਂ ਦਾ ਖੂਨ ਕਰਦਾ ਹੈ? ਸਾਡਾ ਸਾਥੀ ਜਿਹੜਾ ਇਹ ਤੂੰ ਵੀ ਫੜ ਕੇ ਬੰਨਿਆ ਹੋਇਆ ਹੈ। ਕਹਿੰਦੇ ਅਸਲ ਦੇ ਵਿੱਚ ਉਹ ਕੌਡੇ ਨੇ ਆਖਿਆ ਸੀ, ਕਹਿਣ ਲੱਗਾ, ਅੱਜ ਤੱਕ ਮੇਰੇ ਪਾਸ ਕੋਈ ਮਨੁੱਖ ਨਹੀਂ ਆਇਆ ਤੇ ਨਾ ਮੈਂ ਕਿਸੇ ਮਨੁੱਖ ਨੂੰ ਮਾਰਿਆ ਹੈ। ਆ ਤੁਹਾਡਾ ਸਾਥੀ ਜਿਹਨੂੰ ਤੁਸੀਂ ਸਾਥੀ ਕਹਿ ਰਹੇ ਹੋ, ਹਾਂ ਇਹ ਮਨੁੱਖ ਮੈਨੂੰ ਜ਼ਰੂਰ ਜਾਪਦਾ ਹੈ। ਕਹਿਣ ਲੱਗੇ, ਪਹਿਲੇ ਕੌਣ ਸਨ? ਉਹ ਮਨੁੱਖ ਨਹੀਂ ਸਨ? ਕਹਿੰਦੇ ਨਹੀਂ। ਹੁਣ ਤੁਸੀਂ ਜਿਹੜਾ ਲੋਕਾਂ ਤੇ ਅਤਿਆਚਾਰ ਕਰਦਾ ਏ, ਲੋਕਾਂ ਦੇ ਬੇਹੱਕ ਦੀ ਕਮਾਈ ਭਾਵ ਕਿ ਆਪਣੀ ਹੱਕ ਦੀ ਕਮਾਈ ਨਹੀਂ ਖਾਂਦਾ, ਬੇਹੱਕੀ ਖਾਂਦਾ ਏ, ਉਹਨੂੰ ਮਨੁੱਖ ਕਿਵੇਂ ਕਹਿ ਲਓਗੇ? ਇਸ ਤਰ੍ਹਾਂ ਕਹਿੰਦੇ ਨੇ ਕਿ ਪ੍ਰਮਾਤਮਾ ਦੇ ਦਰ ਦੀ ਇੱਥੇ ਗੱਲ ਕੀਤੀ। ਕਹਿੰਦੇ ਉਹ ਦਰ ਛੱਡਿਆ ਨਹੀਂ ਜਾ ਸਕਦਾ। ਉਹਨੂੰ ਛੱਡਣਾ, ਇਉਂ ਮੰਨ ਲਓ ਜਨਮ ਮਨੁੱਖਾਂ ਵਾਲਾ ਏ, ਕਾਰਜ ਪਸ਼ੂਆਂ ਵਾਲੇ ਨੇ। ਭਾਵੇਂ ਗੁਰਬਾਣੀ ਦੇ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਅਸਲ ਦੇ ਵਿੱਚ ਆਪਣੇ ਅਸਲੇ ਤੋਂ ਭੁੱਲ ਕੇ, ਪ੍ਰਮਾਤਮਾ ਦੇ ਨਾਮ ਤੋਂ ਭੁੱਲ ਕੇ ਇਹ ਸਰੀਰ ਜ਼ਰੂਰ ਮਨੁੱਖਾਂ ਵਾਲਾ ਦੀਦਾ ਹੈ, ਪਰ ਇਹਦੇ ਅੰਦਰ ਕੰਮ ਜਿਹੜੇ ਨੇ ਇਹ ਮਨੁੱਖਾਂ ਵਾਲੇ ਨਹੀਂ, ਇਹ ਪਸ਼ੂਆਂ ਵਾਲੇ ਨੇ। ਇਸ ਕਰਕੇ ਕਹਿੰਦੇ ਨੇ, ਕਬੀਰ ਡੁੱਬਾ ਥਾ ਪੈ ਉਬਰਿਓ, ਗੁਣ ਕੀ ਲਹਿਰ ਝਬਕ। ਹੁਣ ਇੱਕ ਬੇੜੀ ਦੇ ਵਿੱਚ, ਸਮੁੰਦਰ ਦੇ ਵਿੱਚ ਬੇੜੀ ਜਾ ਰਹੀ ਹੋਵੇ
ਉਸ ਬੇੜੀ ਨੂੰ ਮਲਾਹ ਪਾਰ ਕਰ ਸਕਦਾ ਹੈ ਆਪਣੇ ਚੱਪੂ ਦੇ ਨਾਲ। ਤੇ ਜਦੋਂ ਸਮੁੰਦਰ ਦੇ ਵਿੱਚ, ਦਰਿਆ ਦੇ ਵਿੱਚ ਇਹ ਕਿਸ਼ਤੀ ਚੱਲਦੀ ਹੈ, ਬੇੜੀ ਚੱਲਦੀ ਹੈ, ਤੇ ਪਾਣੀ ਦੀਆਂ ਲਹਿਰਾਂ ਵੀ ਨਾਲ ਉੱਠਦੀਆਂ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਇਸੇ ਤਰ੍ਹਾਂ ਕਬੀਰ ਡੂਬਾ ਥਾ, ਕਿ ਇਹ ਸਰੀਰ ਜਿਹੜਾ ਸੀ ਇਹ ਮੋਹ ਮਾਇਆ ਦੇ ਤੰਦਾਂ ਦੇ ਵਿੱਚ, ਕਹਿੰਦੇ ਇਹ ਸਰੀਰ ਪਰਮਾਤਮਾ ਨੇ ਦਿੱਤਾ, ਪਰ ਮੋਹ ਮਾਇਆ ਦੀਆਂ ਤੰਦਾਂ ਦੇ ਵਿੱਚ ਬੱਝਾ ਹੋਇਆ ਸੰਸਾਰ ਦੇ ਕਾਰਜਾਂ ਦੇ ਨਾਲ ਲੱਗ ਕੇ, ਕਹਿੰਦੇ ਇਹ ਡੁੱਬ ਰਿਹਾ ਸੀ। ਪੈ ਉਭਰਿਓ, ਬਚਿਆ ਕਿਵੇਂ? ਗੁਣ ਕੀ ਲਹਿਰ ਝਬਕ, ਜਦੋਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਪਾਣੀ ਦੀਆਂ ਹੁੰਦੀਆਂ ਨੇ ਲਹਿਰਾਂ ਵੀ, ਕਹਿੰਦੇ ਜਦੋਂ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ, ਉਹ ਲਾਗੇ ਕੰਢਿਆਂ ਦੇ ਉੱਤੇ ਲੱਗਾ ਹੋਇਆ ਜੋ ਵੀ ਕੂੜਾ ਕਰਕਟ ਜੋ ਵੀ ਹੈ, ਉਹ ਧੂ ਕੇ ਅਗਲੇ ਪਾਸੇ ਲੈ ਜਾਂਦੀਆਂ ਨੇ। ਕੋਈ ਘਾਹ ਦਾ ਤੇੜ ਹੋਵੇ ਜਾਂ ਕੋਈ ਰੁੱਖ ਹੋਵੇ, ਉਹ ਅਗਲੇ ਪਾਸੇ ਲੈ ਕੇ ਜਾਂਦੀਆਂ ਨੇ। ਇਸੇ ਤਰ੍ਹਾਂ ਜਦੋਂ ਗੁਣ ਕੀ ਲਹਿਰ ਝਬਕ, ਕਹਿੰਦੇ ਜਦੋਂ ਗੁਣ ਦੀ ਲਹਿਰ ਨੇ ਇਸ ਸਰੀਰ ਨੂੰ ਹਲੂਣਾ ਦਿੱਤਾ, ਪਰਮਾਤਮਾ ਦੇ ਨਾਮ ਨੇ ਇਸ ਸਰੀਰ ਨੂੰ ਹਲੂਣਾ ਦਿੱਤਾ, ਤੇ ਕਹਿੰਦੇ ਫਿਰ ਅੰਦਰੋਂ ਜਿਹੜੇ ਵਿਕਾਰਾਂ ਦੇ ਇਹ ਕੂੜਾ ਕਰਕਟ ਸੀ, ਪਰਮਾਤਮਾ ਦੇ ਨਾਮ ਨੇ ਸਾਰਾ ਬਾਹਰ ਕੱਢ ਦਿੱਤਾ। ਗੁਣ ਕੀ ਲਹਿਰ ਝਬਕ, ਜਬ ਦੇਖਿਓ ਬੇੜਾ ਜਰ ਜਰਾ, ਤਬ ਉਤਰ ਪਰਿਓ ਹਉ ਫਰਕ। ਕਹਿੰਦੇ ਬੇੜੀ ਮਲਾਹ ਚਲਾ ਰਿਹਾ ਏ, ਪਰ ਜੇਕਰ ਮਲਾਹ ਬੇੜੀ ਚਲਾਉਂਦਿਆਂ ਚਲਾਉਂਦਿਆਂ ਉਸ ਬੇੜੀ ਦੇ ਵਿੱਚ ਛੇਕ ਹੋ ਜਾਵੇ, ਜ਼ਰਜ਼ਰੇ ਦਾ ਅਰਥ ਹੈ ਜਬ ਦੇਖਿਓ ਬੇੜਾ ਜ਼ਰਜ਼ਰਾ। ਬੇੜਾ ਕਿਆ ਹੈ? ਇਹ ਸਰੀਰ ਨੂੰ, ਤੇ ਇਹ ਸੰਸਾਰ ਰੂਪੀ ਸਮੁੰਦਰ ਦੇ ਵਿੱਚ, ਕਹਿੰਦੇ ਆਪਾਂ ਸ਼ਬਦ ਵੀ ਪੜ੍ਹਦੇ ਆ ਨਾ, ਅਜੇ ਸੋ ਨਾਉ ਸਮੁੰਦਰ ਮੈਂ, ਕਹਿੰਦੇ ਅਜੇ ਜਿਹੜੀ ਸਰੀਰ ਹੈ ਨਾ, ਉਹ ਸਮੁੰਦਰ ਦੇ ਵਿੱਚ ਜਿਵੇਂ ਨਾਉ ਹੈ ਨਾ, ਉਸੇ ਤਰ੍ਹਾਂ ਹੈ। ਇਹਦੇ ਇਸ ਪੰਕਤੀ ਦੇ ਮਗਰ ਇੱਕ ਸਾਖੀ ਬਹੁਤ ਲੰਬੇਰੀ ਹੈ। ਕਹਿੰਦੇ ਅਜੇ ਸੁਨਾਓ ਸਮੁੰਦਰ ਮੈਂ, ਕਿਆ ਜਾਣਾ ਕਿਆ ਹੋਏ। ਜਿੰਨਾ ਚਿਰ ਸਰੀਰ ਇਸ ਸੰਸਾਰ ਦੇ ਵਿੱਚ ਹੈ, ਕੋਈ ਪਤਾ ਨਹੀਂ ਇਹ ਸਰੀਰ ਕੋ ਚੰਗਾ ਕੰਮ ਹੋਣਾ ਹੈ ਕਿ ਮਾੜਾ ਕੰਮ ਹੋਣਾ ਹੈ। ਇਨਸਾਨ ਦੀ ਚਤਰਾਈ ਨਹੀਂ ਹੈ ਕਿ ਮੈਂ ਮਾੜਾ ਕੰਮ ਨਹੀਂ ਕਰ ਸਕਦਾ, ਚੰਗਾ ਹੀ ਕਰਾਂਗਾ। ਮੱਤ ਤੇ ਜਦੋਂ ਪਰਦਾ ਪੈਣ ਲੱਗੇ, ਵੱਡੇ ਵੱਡੇ ਰਿਸ਼ੀ, ਵੱਡੇ ਵੱਡੇ ਮੁਨੀ, ਉਹਨਾਂ ਦੀ ਮੱਤ ਤੇ ਵੀ ਪਰਦਾ ਪੈ ਗਿਆ, ਉਹ ਵੀ ਵਿਕਾਰਾਂ ਦੀ ਮਾਰ ਦੇ ਵਿੱਚ ਆ ਗਏ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਜਬ ਦੇਖਿਓ ਬੇੜਾ ਜ਼ਰਜ਼ਰਾ, ਜਦੋਂ ਇਹ ਸਰੀਰ ਰੂਪੀ ਬੇੜੇ ਨੂੰ ਵੇਖਿਆ ਜ਼ਰਜ਼ਰਾ ਹੋ ਗਿਆ ਹੈ, ਇਹਦੇ ਵਿੱਚ ਛੇਕ ਹੋ ਗਏ ਨੇ, ਵਿਕਾਰਾਂ ਨੇ ਛੇਕ ਕਰ ਦਿੱਤੇ ਨੇ। ਤੇ ਜਿਵੇਂ ਨਾਉ ਦੇ ਵਿੱਚ, ਕਿਸ਼ਤੀ ਦੇ ਵਿੱਚ ਕਹਿੰਦੇ ਛੇਕ ਹੋ ਜਾਣ, ਫਿਰ ਉਹ ਸਮੁੰਦਰ ਦੇ ਵਿੱਚ ਡੁੱਬ ਜਾਂਦੀ ਹੈ। ਇਸੇ ਤਰ੍ਹਾਂ ਕਹਿੰਦੇ ਇਸ ਸਰੀਰ ਦੇ ਵਿੱਚ ਵਿਕਾਰਾਂ ਨੇ ਛੇਕ ਕਰ ਦਿੱਤੇ। ਇਹ ਗੰਧ ਦੀ ਇਸ ਸਮੁੰਦਰ ਦੇ ਵਿੱਚ ਡੁੱਬ ਜਾ ਰਹੀ ਸੀ, ਬੇੜੀ ਡੁੱਬਦੀ ਜਾ ਰਹੀ ਸੀ। ਪਰ ਕਹਿੰਦੇ ਹਾਂ, ਗੁਣ ਦੀ ਲਹਿਰ ਨੇ, ਪਰਮਾਤਮਾ ਦੇ ਵਾਹਿਗੁਰੂ ਜੀ ਦੇ ਨਾਮ ਦੀ ਲਹਿਰ ਨੇ ਇਹਨੂੰ ਫੇਰ ਤਾਂ ਚੁੱਕ ਦਿੱਤਾ। ਇਹਨੂੰ ਫੇਰ ਇੱਕ ਛਲ ਆਈ, ਹਿਰਦੇ ਵਿੱਚੋਂ ਫੇਰ ਇੱਕ ਆਵਾਜ਼ ਆਈ, ਓਏ ਮਨਾ, ਇਹ ਕਿਸ ਤਰ੍ਹਾਂ ਦਾ ਤੂੰ ਕੰਮ ਕਰ ਰਿਹਾ ਹੈ? ਇਸ ਕੰਮ ਕਰਨ ਤੋਂ ਪਹਿਲਾਂ ਸੋਚ ਲਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਕਹਿੰਦੇ ਇਹ ਸੋਚ ਆਈ, ਤੇ ਫਿਰ ਉਸੇ ਤਰ੍ਹਾਂ ਕਹਿੰਦੇ ਅਜੇ ਜਿਹੜੀ ਬੇੜੀ ਸੀ ਜ਼ਰਜ਼ਰੀ ਹੋ ਚੁੱਕੀ ਸੀ, ਉਸ ਸਰੀਰ ਰੂਪੀ ਇਸ ਬੇੜੇ ਨੂੰ ਫਿਰ ਸਾਂਭ ਲਿਆ ਗਿਆ। ਉਸ ਤੋਂ ਬਾਅਦ ਬਾਬਾ ਜੀ ਕਹਿੰਦੇ ਉੱਤਰ ਪਰਿਓ ਹਉ ਫਰਕ। ਫਿਰ ਕਹਿੰਦੇ ਨੇ ਸਰੀਰ ਨੂੰ, ਦਿਮਾਗ ਨੂੰ, ਸੋਚ ਨੂੰ ਵਾਹਿਗੁਰੂ ਪ੍ਰਮਾਤਮਾ ਜੀ ਦੇ ਨਾਮ ਜੋੜ ਲਿਆ ਸੀ। ਕਹਿੰਦੇ ਜੋ ਪਹਿਲਾਂ ਦਿਮਾਗ ਦੇ ਵਿੱਚ ਚੱਲਦਾ ਸੀ, ਮਾਈਂਡ ਦੇ ਵਿੱਚ ਚੱਲਦਾ ਸੀ, ਉਹ ਸਾਰਾ ਬਾਹਰ ਕੱਢ ਕੇ ਗੁਰੂ ਦੀ ਮੱਤ ਨੂੰ ਐਕਸੈਪਟ ਕਰ ਲਿਆ, ਗੁਰੂ ਦੀ ਮੱਤ ਨੂੰ ਆਪਣੇ ਦਿਮਾਗ ਵਿੱਚ ਬਿਠਾ ਲਿਆ ਹੈ। ਕਬੀਰ ਪਾਪੀ ਭਗਤ ਨਾ ਭਾਵਏ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੈ, ਜਿਹ ਬਿਗੰਧ ਤਹਿ ਜਾਏ। ਹੁਣ ਇੱਥੇ ਇੱਕ ਮੱਖੀ ਦੀ ਉਦਾਹਰਣ ਦਿੱਤੀ ਹੈ, ਪਹਿਲਾਂ ਪਾਪੀ ਦੀ ਦਿੱਤੀ ਹੈ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਾਪੀ ਭਗਤ ਨਾ ਭਾਵਈ,
ਜਿਹੜਾ ਨਾਸਤਕ ਇਨਸਾਨ ਹੈ, ਟੁੱਟਿਆ ਹੋਇਆ ਇਨਸਾਨ ਹੈ, ਉਹਨੂੰ ਪਰਮਾਤਮਾ ਦੀ ਭਗਤੀ ਨਹੀਂ ਚੰਗੀ ਲੱਗਦੀ। ਉਹਨੂੰ ਬੁਰੇ ਕੰਮ ਕਰਨੇ ਚੰਗੇ ਲੱਗਦੇ ਨੇ, ਮਾੜੇ ਕੰਮ ਕਰਨੇ ਚੰਗੇ ਲੱਗਦੇ ਨੇ। ਹਰ ਪੂਜਾ ਨਾ ਸੁਹਾਏ, ਹਰੀ ਦੀ ਪੂਜਾ ਕਰਨਾ ਉਹਨੂੰ ਸ਼ੋਭਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਜਿਵੇਂ ਮਾਖੀ ਚੰਦਨ ਪਰਹਰ ਹੈ, ਇੱਕ ਮੱਖੀ ਹੈ, ਚੰਦਨ ਦੇ ਦਰਖਤ ਦੇ ਵਿੱਚ ਕਿੰਨੀ ਖੁਸ਼ਬੂ ਹੁੰਦੀ ਹੈ, ਕਿੰਨੀ ਸੁਗੰਧੀ ਹੁੰਦੀ ਹੈ। ਜੰਗਲ ਦੇ ਵਿੱਚ ਕਿਤੇ ਚੰਦਨ ਦਾ ਬੂਟਾ ਹੋਵੇ, ਉਹ ਦੂਰੋਂ ਪਤਾ ਲੱਗ ਜਾਂਦਾ ਹੈ। ਕਿਵੇਂ? ਕਿਉਂਕਿ ਉਹਦੇ ਵਿੱਚ ਖੁਸ਼ਬੂ ਇੰਨੀ ਹੈ, ਉਹਦੇ ਵਿੱਚ ਬਾਸ਼ਨਾ ਇੰਨੀ ਹੈ ਕਿ ਉਹਦੀ ਸੁਗੰਧੀ ਨੂੰ ਜਦੋਂ ਆਪਾਂ ਮਹਿਸੂਸ ਕਰਦੇ ਹਾਂ ਤੇ ਪਤਾ ਲੱਗ ਜਾਂਦਾ ਹੈ ਕਿ ਇੱਥੇ ਚੰਦਨ ਦਾ ਦਰਖਤ ਹੈ। ਚੰਦਨ ਦਾ ਦਰਖਤ, ਚੰਦਨ ਦੇ ਵਿੱਚੋਂ ਇੱਕ ਅਲੱਗ ਕਿਸਮ ਦੀ ਖੁਸ਼ਬੂ ਆਉਂਦੀ ਹੈ। ਪਰ ਕਹਿੰਦੇ ਹੁਣ ਮੱਖੀ ਚੰਦਨ ਵਰਗੀ ਖੁਸ਼ਬੂ ਨੂੰ ਛੱਡ ਕੇ, ਚੰਦਨ ਦੇ ਦਰਖਤ ਨੂੰ ਛੱਡ ਕੇ ਚੰਦਨ ਤੇ ਨਹੀਂ ਬਵੇਗੀ। ਮੱਖੀ ਜਿਹੜੀ ਹੈ, ਕਹਿੰਦੇ ਜਹ ਬਿਗੰਧ ਤਹਿ ਜਾਏ, ਜਿੱਥੇ ਗੰਦਗੀ ਹੈ ਉਧਰ ਵੱਲ ਨੂੰ ਭੱਜਦੀ ਹੈ। ਹੁਣ ਪਾਪੀ ਇਨਸਾਨ ਹੈ, ਟੁੱਟਿਆ ਹੋਇਆ ਇਨਸਾਨ ਹੈ, ਜਿੱਥੇ ਗੁਰੂ ਦੇ ਗਿਆਨ ਦੀ ਗੱਲ ਕੀਤੀ ਜਾ ਰਹੀ ਹੈ, ਜਿੱਥੇ ਮਨ ਨੂੰ ਸਾਫ਼ ਕਰਨ ਦੀ ਕੀਤੀ ਜਾ ਰਹੀ ਹੈ ਗੱਲ, ਉਧਰ ਨੂੰ ਨਹੀਂ ਜਾਏਗਾ। ਸੰਗਤ ਦੀ ਗੱਲ ਕੀਤੀ ਜਾ ਰਹੀ ਹੈ, ਉਧਰ ਨੂੰ ਨਹੀਂ ਜਾਏਗਾ। ਕਹੇਗਾ ਨਾ ਭਾਈ, ਸੰਗਤ ਵਿੱਚ ਜਾ ਕੇ ਕੀ ਮਿਲੇਗਾ? ਪਰਮਾਤਮਾ ਦਾ ਨਾਮ ਜਪ ਕੇ ਕੀ ਮਿਲੇਗਾ? ਟਾਈਮ ਖਰਾਬ ਕਰਾਂਗੇ, ਇਹਦੇ ਨਾਲੋਂ ਕੁਝ ਆਪਣਾ ਕਾਰਜ ਕਰ ਲਈਏ, ਸੰਸਾਰੀ ਕਾਰਜ ਕਰ ਲਈਏ। ਕਹਿੰਦੇ ਬਿਲਕੁਲ ਪਾਪੀ ਇਨਸਾਨ ਦੀ ਜਿਹੜੀ ਅਵਸਥਾ ਹੈ, ਪਾਪੀ ਇਨਸਾਨ ਦਾ ਜਿਹੜਾ ਮਨ ਹੈ, ਬਿਲਕੁਲ ਮੱਖੀ ਦੀ ਤਰ੍ਹਾਂ ਹੈ। ਜਿਵੇਂ ਮੱਖੀ ਦੁਰਗੰਧ ਤੇ ਜਾਂਦੀ ਹੈ, ਭਾਵ ਮੱਖੀ ਗੰਦਗੀ ਤੇ ਜਾਂਦੀ ਹੈ, ਇਹ ਪਾਪੀ ਵੀ ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਇਆ। ਜਦੋਂ ਨਾਮ ਜਪਣ ਦਾ ਟਾਈਮ ਆਉਂਦਾ ਹੈ, ਗੱਲ ਆਉਂਦੀ ਹੈ, ਕਹਿੰਦਾ ਜੀ ਅਜੇ ਜਪਣ ਦਾ ਟਾਈਮ ਨਹੀਂ ਹੈ, ਜ਼ਿੰਦਗੀ ਪਈ ਹੈ। ਜਦੋਂ ਮਨ ਕੀਤਾ ਉਦੋਂ ਜਪ ਲਵਾਂਗੇ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਭਾਈ, ਗੰਦ ਇਕੱਠਾ ਕਰਨ ਦੇ ਨਾਲੋਂ, ਗੰਦਗੀ ਨੂੰ ਇਕੱਠੀਆਂ ਕਰਨ ਦੇ ਨਾਲੋਂ ਇਹ ਇਕੱਠਾ ਕਰੀਏ ਕਿ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਈਏ। ਨਾ ਉਹਨੂੰ ਕੋਈ ਸਾੜ ਸਕਦਾ ਹੈ, ਨਾ ਉਹ ਚੱਕਾ ਖੋਹ ਹੀ ਸਕਦਾ ਹੈ, ਨਾ ਚੋਰ ਹੀ ਲੈ ਕੇ ਜਾ ਸਕਦਾ ਹੈ। ਉਹ ਤੇ ਹਿਰਦੇ ਦੇ ਵਿੱਚ ਹੀ ਰਹੇਗਾ। ਪ੍ਰਮਾਤਮਾ ਦਾ ਨਾਮ ਤੇ ਜਾਪਣ ਵਾਲੇ ਕਹਿੰਦੇ ਨੇ ਕਿ ਉਹ ਇਸ ਸੰਸਾਰ ਦੇ ਵਿੱਚੋਂ ਤਰ ਗਏ ਨੇ। ਉਹਨਾਂ ਦਾ ਨਾਮ ਰਹਿੰਦੀ ਦੁਨੀਆ ਤੱਕ ਇਹ ਸੰਸਾਰ ਦੇ ਲੋਕ ਜਪਣਗੇ। ਆਓ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਬਾਬਾ ਕਬੀਰ ਸਾਹਿਬ ਜੀਆਂ ਦੇ ਇਹਨਾਂ ਬਚਨਾਂ ਤੇ ਇਹਨਾਂ ਨੂੰ ਆਪਣੇ ਹਿਰਦੇ 'ਚ ਵਸਾਈਏ, ਬਚਨਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦਾ ਯਤਨ ਕਰੀਏ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ। ਅੰਤ ਵਿੱਚ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।